ਸਿੱਖ ਸਿਧਾਂਤ ਟੀਵੀ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੇ ਚੈਨਲ ਦੀ ਸ਼ੁਰੂਆਤ ਕਰਨ ਮੌਕੇ ਅੱਜ ਪਹਿਲੀ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ ਅਤੇ ਸਾਡੀ ਇਸ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖੇਪ ਜਾਣਕਾਰੀ। ਸਿੱਖ ਧਰਮ ਦੀ ਸੰਸਾਰ ਨੂੰ ਇੱਕ ਵਿਸ਼ੇਸ਼ ਦੇਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੰਦਰ ਸਰੂਪ ਜੋ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਤਿਆਰ ਕਰਵਾਇਆ। ਗੁਰੂ ਸਾਹਿਬ ਜੀ ਨੇ ਹੀ ਇਸ ਮਹਾਨ ਗ੍ਰੰਥ ਦੀ ਬੀੜ ਬੰਨ੍ਹੀ ਅਤੇ ਇਹ ਹਮੇਸ਼ਾ ਚੇਤੇ ਰੱਖਿਓ, ਜਿਸ ਤਰ੍ਹਾਂ ਆਕਾਸ਼ ਨੂੰ ਕਲਾਵੇ ਵਿੱਚ ਲੈਣਾ ਬਹੁਤ ਔਖਾ ਹੈ, ਜਿਸ ਤਰ੍ਹਾਂ ਸੂਰਜ ਦੀ ਦੂਰੀ ਨੂੰ ਗਜ਼ਾਂ ਦੇ ਨਾਲ ਨਾਪਿਆ ਜਾਣਾ ਬਹੁਤ ਔਖਾ ਹੈ ਔਰ ਜਿਸ ਤਰ੍ਹਾਂ ਸਾਗਰ ਦੀ ਡੂੰਘੀ ਤਹਿ ਵਿੱਚੋਂ ਆਬਦਾਰ ਮੋਤੀ ਕੱਢਣੇ ਬਹੁਤ ਮੁਸ਼ਕਲ ਨੇ, ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਵਾਹਿਗੁਰੂ ਦੀ ਜੋ ਪ੍ਰੇਮਾ ਭਗਤੀ, ਵਾਹਿਗੁਰੂ ਜੀ ਦਾ ਜੋ ਬ੍ਰਹਮ ਗਿਆਨ ਅਤੇ ਇਨਸਾਨੀ ਜੀਵਨ ਦੀਆਂ ਅਟੱਲ ਸੱਚਾਈਆਂ ਅਤੇ ਅਧਿਆਤਮਕਵਾਦ ਦੇ ਜੋ ਪਰਮ ਤੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਏ ਗਏ ਨੇ, ਉਹਨਾਂ ਨੂੰ ਕਲਮਬੰਦ ਕਰਨਾ ਅਤੇ ਉਹਨਾਂ ਨੂੰ ਕਥਨ ਕਰਨਾ ਇਹ ਬਹੁਤ ਔਖਾ ਹੈ। ਆਓ ਸਭ ਤੋਂ ਪਹਿਲਾਂ ਅਸੀਂ ਇਹ ਜਾਣਦੇ ਹਾਂ ਕਿ ਜਿਨ੍ਹਾਂ ਸੰਸਾਰ ਦੇ ਪ੍ਰਮੁੱਖ ਵਿਅਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੀ ਰਾਏ ਹੈ। ਉਹਨਾਂ ਮਹਾਨ ਵਿਅਕਤੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਨਾਮ ਮੈਂ ਮੈਕਾਲਫ ਜੀ ਦਾ ਕਥਨ ਕਰਨ ਲੱਗਾ। ਮੈਕਾਲਫ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਿਆ ਹੈ ਅਤੇ ਪੜ੍ਹਨ ਤੋਂ ਬਾਅਦ ਉਹਨਾਂ ਨੇ ਜੋ ਆਪਣੇ ਵਿਚਾਰ ਦਿੱਤੇ ਅਤੇ ਉਹਨਾਂ ਵਿਚਾਰਾਂ ਦੇ ਅਧੀਨ ਉਹਨਾਂ ਨੇ ਜੋ ਗੱਲਾਂ ਕਹੀਆਂ, ਕਹਿੰਦੇ ਸਿੱਖ ਧਰਮ ਜਿੱਥੋਂ ਤੱਕ ਇਸ ਦੇ ਮੁੱਖ ਸਿਧਾਂਤਾਂ ਦਾ ਸੰਬੰਧ ਹੈ ਦੂਸਰੇ ਲਗਭਗ ਸਾਰੇ ਵੱਡੇ ਧਰਮਾਂ ਦੇ ਸਿਧਾਂਤਾਂ ਨਾਲ ਬਹੁਤ ਭੇਦ ਰੱਖਦਾ ਹੈ। ਸੰਸਾਰ ਵਿੱਚ ਜੋ ਵੱਡੇ ਧਰਮ ਪ੍ਰਚਾਰਕ ਹੋਏ ਨੇ ਉਹਨਾਂ ਵਿੱਚੋਂ ਕੋਈ ਵੀ ਆਪਣੀ ਲਿਖੀ ਹੋਈ ਇੱਕ ਪੰਕਤੀ ਵੀ ਛੱਡ ਕੇ ਨਹੀਂ ਗਿਆ। ਜੋ ਕੁਝ ਉਹਨਾਂ ਨੇ ਪ੍ਰਚਾਰਿਆ ਹੈ ਉਸ ਦਾ ਪਤਾ ਸਾਨੂੰ ਜਾਂ ਤਾਂ ਪ੍ਰਚਲਿਤ ਰਵਾਇਤਾਂ ਤੋਂ ਲੱਗਦਾ ਹੈ ਜਾਂ ਹੋਰਨਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ। ਫੋਰ ਐਗਜ਼ਾਮਪਲ ਫੈਸਾਗੋਰਸ ਆਪਣਾ ਕੋਈ ਸਿਧਾਂਤ ਪਿੱਛੇ ਛੱਡ ਕੇ ਨਹੀਂ ਗਏ। ਸੁਕਰਾਤ ਦੀ ਸਿੱਖਿਆ ਦਾ ਪਤਾ ਵੀ ਸਾਨੂੰ ਕੇਵਲ ਅਫਲਾਤੂਨ ਅਤੇ ਜ਼ੋਨਾਫਰ ਦੀਆਂ ਲਿਖਤਾਂ ਤੋਂ ਲੱਗਦਾ ਹੈ। ਗੱਲ ਕਰੀਏ ਅਸੀਂ ਮਹਾਤਮਾ ਬੁੱਧ ਦੀ, ਤੇ ਉਹਨਾਂ ਨੇ ਵੀ ਆਪਣੀ ਕੋਈ ਲਿਖਤ ਪਿੱਛੇ ਨਹੀਂ ਛੱਡੀ। ਪੱਛਮੀ ਲੋਕ ਜਿਸ ਨੂੰ ਕਨਫਿਊਸ਼ਸ ਕਹਿੰਦੇ ਨੇ, ਆਪਣੇ ਪਿੱਛੇ ਆਪਣੇ ਸਮਾਜਿਕ ਤੇ ਇਕਲਾਖੀ ਸਿਧਾਂਤਾਂ ਬਾਰੇ ਕੋਈ ਵੀ ਲਿਖਤ ਛੱਡ ਕੇ ਨਹੀਂ ਗਿਆ। ਸੰਸਾਰ ਦੇ ਬਹੁਤ ਵੱਡੇ ਧਰਮ ਈਸਾਈਅਤ ਦੀ ਅਸੀਂ ਗੱਲ ਕਰੀਏ ਤੇ ਈਸਾਈਅਤ ਦੇ ਬਾਨੀ ਈਸਾ ਜੀ ਨੇ ਵੀ ਆਪਣੇ ਸਿਧਾਂਤਾਂ ਨੂੰ ਕਿਸੇ ਵੀ ਲਿਖਤ ਵਿੱਚ ਪੇਸ਼ ਨਹੀਂ ਕੀਤਾ। ਉਹਨਾਂ ਦੇ ਬਾਰੇ ਜੋ ਸਾਨੂੰ ਪਤਾ ਲੱਗਦਾ ਹੈ ਮੈਥਿਓ ਤੋਂ, ਮਾਰਕ ਲੂਕ ਤੋਂ ਅਤੇ ਜੌਹਨ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ। ਇਸੇ ਤਰ੍ਹਾਂ ਹੀ ਅਰਬ ਦੇ ਪੈਗੰਬਰ ਮੁਹੰਮਦ ਸਾਹਿਬ ਜੀ ਨੇ ਵੀ ਕੁਰਾਨ ਦੀਆਂ ਆਇਤਾਂ ਨੂੰ ਆਪਣੀ ਕਲਮ ਦੇ ਨਾਲ ਨਹੀਂ ਲਿਖਿਆ, ਸਗੋਂ ਉਹ ਉਸ ਦੇ ਖਲੀਫਿਆਂ ਅਤੇ ਉਹਨਾਂ ਨੂੰ ਮੰਨਣ ਵਾਲਿਆਂ ਨੇ ਜਾਂ ਤਾਂ ਲਿਖਿਆ ਅਤੇ ਜਾਂ ਇਕੱਤਰ ਕੀਤਾ। ਪਰ ਮੈਕਾਲਫ ਜੀ ਕਹਿੰਦੇ ਕਮਾਲ ਦੀ ਗੱਲ ਇਹ ਹੈ ਕਿ ਸਿੱਖ ਗੁਰੂਆਂ ਦੀ ਜਿਹੜੀ ਪਾਵਨ ਬਾਣੀ ਹੈ ਇਹ ਕਿਸੇ ਦੂਜੇ ਨੇ ਨਹੀਂ ਲਿਖੀ, ਸਗੋਂ ਗੁਰੂ ਸਾਹਿਬਾਨਾਂ ਨੇ ਖੁਦ ਲਿਖੀ ਅਤੇ ਗੁਰੂ ਸਾਹਿਬਾਨਾਂ ਨੇ ਖੁਦ ਹੱਥੀਂ ਸੰਭਾਲੀ, ਜਿਹੜੀ ਅੱਜ ਸਾਡੇ ਤੱਕ ਪਹੁੰਚੀ ਹੋਈ ਹੈ। ਦੂਜੀ ਜਗ੍ਹਾ 'ਤੇ ਅਸੀਂ ਗੱਲ ਕਰਦੇ ਹਾਂ ਹਿੰਦੁਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ ਪ੍ਰਸਿੱਧ ਫਿਲਾਸਫਰ ਡਾਕਟਰ ਰਾਧਾ ਕ੍ਰਿਸ਼ਨ ਜੀ ਦੀ। ਉਹਨਾਂ ਨੇ ਯੂਨੈਸਕੋ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਗੁਰਬਾਣੀ ਦੇ 500 ਸ਼ਬਦਾਂ ਦੀ ਪੁਸਤਕ ਸਿੱਖਾਂ ਦੀਆਂ ਪਵਿੱਤਰ ਲਿਖਤਾਂ ਦੀ ਜਦੋਂ ਭੂਮਿਕਾ ਲਿਖੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਲਿਖ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਟੱਲ ਸੱਚਾਈਆਂ ਅਤੇ ਅਤੁੱਟ ਭਗਤੀ ਦੇ ਸਾਹਮਣੇ ਸਮੁੰਦਰਾਂ ਅਤੇ ਪਹਾੜਾਂ ਦੇ ਸਾਰੇ ਹੱਦ ਬੰਨੇ ਜੋ ਇੱਕ ਦੇਸ਼ ਨੂੰ ਦੂਜੇ ਨਾਲੋਂ ਵੱਖ ਕਰਦੇ ਨੇ ਹਟ ਜਾਣਗੇ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇੱਕ ਸੁੰਦਰ ਕਵਿਤਾ ਲਿਖੀ। ਉਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਅਸੀਂ ਸਾਰਾ ਸੰਸਾਰ ਢੂੰਡ ਮਾਰਿਆ ਪਰ ਹੀਰੇ ਰਤਨ ਜਵਾਹਰਾਤਾਂ ਦਾ ਖਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸੀ, ਜਿਹਦਾ ਪਾਠ ਅਸੀਂ ਰੋਜ਼ਾਨਾ ਆਪਣੀ ਮਾਂ ਦੇ ਕੋਲ ਸਰਵਣ ਕਰਿਆ ਕਰਦੇ ਸੀ। ਇਸੇ ਤਰ੍ਹਾਂ ਹੀ ਅਮਰੀਕਾ ਦੀ ਪ੍ਰਸਿੱਧ ਲੇਖਕ ਸ਼੍ਰੀਮਤੀ ਪਰਲ ਬਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਪੜ੍ਹ ਕੇ ਜੋ ਆਪਣੀ ਰਾਏ ਲਿਖੀ ਉਹ ਬੜੇ ਕਮਾਲ ਦੀ ਸੀ
ਉਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ, ਕਹਿੰਦੀ ਮੈਂ ਬਾਕੀ ਮਹਾਨ ਧਰਮਾਂ ਦੀਆਂ ਧਰਮ ਪੁਸਤਕਾਂ ਪੜ੍ਹੀਆਂ ਨੇ, ਪਰ ਮੇਰੇ ਦਿਲ ਅਤੇ ਦਿਮਾਗ 'ਤੇ ਜੋ ਸ਼ਕਤੀਸ਼ਾਲੀ ਪ੍ਰਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਇਆ ਉਹ ਮੈਨੂੰ ਹੋਰ ਕਿਤੋਂ ਨਹੀਂ ਲੱਭ ਸਕਿਆ। ਪ੍ਰੋਫੈਸਰ ਆਰਨਲਡ ਟਾਈਨਬੀ, ਇੰਗਲੈਂਡ ਦੇ ਮਸ਼ਹੂਰ ਲੇਖਕ ਅਤੇ ਇਤਿਹਾਸਕਾਰ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕਰਦਿਆਂ ਹੋਇਆਂ ਇੱਥੋਂ ਤੱਕ ਲਿਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਸ਼ਾਂਤੀ ਦਾ ਅਮੋਘ ਖਜ਼ਾਨਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈਆਂ ਹੋਈਆਂ ਬੋਲੀਆਂ ਦੇ ਬਾਰੇ, ਔਰ ਮੈਂ ਸੰਖੇਪ ਦੱਸ ਦੇਵਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਵੀ ਭਾਸ਼ਾ ਦਾ ਨਿਰਾਦਰ ਨਹੀਂ ਕੀਤਾ ਗਿਆ, ਸਗੋਂ ਹਰ ਇੱਕ ਭਾਸ਼ਾ ਨੂੰ ਸਤਿਕਾਰ ਦਿੱਤਾ ਗਿਆ ਹੈ। ਔਰ ਇਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੰਧੀ, ਮਰਾਠੀ, ਬ੍ਰਿਜ, ਹਿੰਦੀ, ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਅਰਬੀ, ਫਾਰਸੀ ਆਦਿਕ ਬੋਲੀਆਂ ਦੇ ਸ਼ਬਦ ਇੱਕੋ ਜਿੰਨੇ ਸਤਿਕਾਰੇ ਹੋਏ ਸਾਨੂੰ ਮਿਲਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਾਬੀ ਦੀ ਪ੍ਰਮੁੱਖਤਾ ਵਿਸ਼ੇਸ਼ ਤੌਰ 'ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਂਭ ਕੇ ਰੱਖੀ ਹੋਈ ਹੈ। ਮਿਸਟਰ ਟਰੰਪ ਨੇ ਇੱਥੋਂ ਤੱਕ ਆਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਭਾਰਤੀ ਜ਼ੁਬਾਨਾਂ ਦਾ ਖਜ਼ਾਨਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗਾਂ ਦੀ, ਅਤੇ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਆਏ ਨੇ, ਜਿਨ੍ਹਾਂ ਦਾ ਜ਼ਿਕਰ ਅਸੀਂ ਅਗਾਂਹ ਕਰਦੇ ਹਾਂ। ਚੌਥੇ ਨੰਬਰ 'ਤੇ ਅਸੀਂ ਗੱਲ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਤੇ ਸਾਇੰਸ ਦਾ ਆਪਸ ਦੇ ਵਿੱਚ ਕੀ ਮਿਲਵਰਤਨ ਹੈ। ਦੁਨੀਆ ਦੇ ਅੱਜ ਸਾਰੇ ਧਰਮ ਗ੍ਰੰਥ ਤਕਰੀਬਨ ਸਾਇੰਸ ਦੀ ਕਸਵੱਟੀ ਦੇ ਉੱਤੇ ਪੂਰੇ ਨਹੀਂ ਉਤਰਦੇ। ਮੇਰਾ ਕਹਿਣ ਦਾ ਇਹ ਮਤਲਬ ਨਹੀਂ ਕਿ ਸਾਇੰਸ ਵੱਡੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਛੋਟੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਲਿਖਤਾਂ ਨੇ ਉਹ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਲਾਂ ਤੋਂ, ਬਹੁਤ ਸਦੀਆਂ ਤੋਂ ਪਹਿਲਾਂ ਲਿਖ ਦਿੱਤੀਆਂ ਗਈਆਂ। ਸਾਇੰਸ ਅੱਜ ਜਿਹੜੀਆਂ ਖੋਜਾਂ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਲਿਖ ਦਿੱਤੀਆਂ ਗਈਆਂ ਸੀ। ਕੁਝ ਪੰਕਤੀਆਂ ਦਾ ਜ਼ਿਕਰ ਮੈਂ ਕਰਾਂ, ਜਿਵੇਂ ਪਹਿਲਾਂ ਪਾਣੀ ਜੀਓ ਹੈ, ਜਿਵੇਂ ਸੱਸ ਘਰ ਸੂਰ ਸਮਾਵੈ। ਸਾਇੰਸ ਅੱਜ ਕਹਿੰਦੀ ਹੈ ਕਿ ਚੰਦਰਮਾ ਸੂਰਜ ਦੇ ਕੋਲੋਂ ਰੌਸ਼ਨੀ ਲੈ ਕੇ ਸਾਨੂੰ ਦਿੰਦਾ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੀ ਐਗਜ਼ੈਂਪਲ ਬਹੁਤ ਲੰਮੇ ਟਾਈਮ ਤੋਂ ਪਹਿਲਾਂ ਦੇ ਦਿੱਤੀ ਗਈ ਕਿ ਸੂਰਜ ਦੇ ਕੋਲੋਂ ਹੀ ਚੰਦਰਮਾ ਰੌਸ਼ਨੀ ਲੈ ਕੇ ਦੁਨੀਆ ਨੂੰ ਦੇ ਰਿਹਾ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਰਚਨਾ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਆਖ ਦਿੱਤਾ, ਸਾਚੇ ਤੇ ਪਵਨਾ ਭਇਆ। ਸਭ ਤੋਂ ਪਹਿਲਾਂ ਪਰਮਾਤਮਾ ਨੇ ਹਵਾ ਬਣਾਈ, ਪਵਨੇ ਤੇ ਜਲ ਹੋਏ, ਹਵਾ ਤੋਂ ਪਾਣੀ ਬਣਿਆ, ਜਲ ਤੇ ਤਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ, ਅਤੇ ਉਸ ਤੋਂ ਬਾਅਦ ਸਾਰੀ ਕਾਇਨਾਤ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ। ਪੰਜਵੇਂ ਨੰਬਰ 'ਤੇ ਅਸੀਂ ਗੱਲ ਕਰਾਂਗੇ ਗੁਰਬਾਣੀ ਕੀ ਹੈ। ਅਕਾਲ ਪੁਰਖ ਦਾ ਉਹ ਪਵਿੱਤਰ ਗਿਆਨ ਜਿਸ ਨੇ ਬਾਣੀ ਰੂਪ ਵਿੱਚ ਸਤਿਗੁਰਾਂ ਦੇ ਹਿਰਦੇ ਵਿੱਚ ਪ੍ਰਕਾਸ਼ ਕੀਤਾ, ਉਸ ਨੂੰ ਗੁਰਬਾਣੀ ਜਾਂ ਅਸੀਂ ਅਕਾਲੀ ਬਾਣੀ ਕਹਿੰਦੇ ਹਾਂ। ਇਹਦੇ ਪਰਤਾਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਥੋਂ ਤੱਕ ਆਖ ਦਿੱਤਾ ਗਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਜਾਂ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਾਂ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ 3 ਗੱਲਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਨੰਬਰ 1 ਸਰਬ ਸਾਂਝੀਆਂ ਸਚਾਈਆਂ, ਨੰਬਰ 2 ਨਾਮ, ਨਾਮੀ ਅਤੇ ਕਿਤੇ ਕਿਤੇ ਨਾਮ ਜਪਣ ਵਾਲਿਆਂ ਦਾ ਜ਼ਿਕਰ, ਨੰਬਰ 3 ਮਨੁੱਖ ਜੀਵਨ ਲਈ ਵਰਤੋਂ ਕਰਨ ਵਾਲੇ ਸਹੀ ਨਿਯਮ ਅਤੇ ਜੀਵਨ ਦੀ ਫਿਲਾਸਫੀ ਦੇ ਉੱਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਾਖੂਬੀ ਵਿਚਾਰ ਕੀਤੀ ਗਈ ਹੈ। ਇਸ ਤੋਂ ਅੱਗੇ 6ਵੀਂ ਜਗ੍ਹਾ 'ਤੇ ਅਸੀਂ ਵਿਚਾਰ ਕਰਾਂਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਸਰੂਪ ਅੱਜ ਸਾਡੇ ਪਾਸ ਮੌਜੂਦ ਹੈ, ਉਹਦੀ ਸੰਪਾਦਨਾ ਕਿਵੇਂ ਹੋਈ। ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਗਤ ਉਧਾਰ ਦਾ ਜਦੋਂ ਟੀਚਾ ਮਿਥਿਆ, ਉਹਨਾਂ ਦੇ ਕੋਲ ਜਿਹੜੀ ਆਪਣੀ ਪਾਵਨ ਬਾਣੀ ਮੌਜੂਦ ਸੀ, ਉਹਦੇ ਨਾਲ ਨਾਲ ਜਿੱਥੇ ਜਿੱਥੇ ਉਹ ਵਿਚਰੇ ਉਹਨਾਂ ਨੇ ਕੁਝ ਭਗਤਾਂ ਦੀ ਬਾਣੀ ਵੀ ਇਕੱਤਰ ਕੀਤੀ, ਜਿਹੜੇ 15 ਭਗਤਾਂ ਦੀ ਬਾਣੀ ਇਕੱਤਰ ਹੋ ਗਈ। ਉਹਨਾਂ ਦੀ ਬਾਣੀ ਅਤੇ ਆਪਣੀ ਬਾਣੀ ਨੂੰ ਰਲਾ ਕੇ ਇੱਕ ਬੜੀ ਵੱਡੀ ਪੋਥੀ ਗੁਰੂ ਨਾਨਕ ਸਾਹਿਬ ਦੇ ਪਾਸ ਮੌਜੂਦ ਸੀ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਵੀ ਲਿਖ ਦਿੱਤਾ ਕਿ ਆਸਾ ਹੱਥ ਕਿਤਾਬ ਕਸ਼। ਆਸਾ ਦਾ ਮਤਲਬ ਡੰਡਾ, ਕਿਤਾਬ ਦਾ ਮਤਲਬ ਪੋਥੀ, ਕਿ ਗੁਰੂ ਨਾਨਕ ਸਾਹਿਬ ਹਮੇਸ਼ਾ ਇੱਕ ਡੰਡਾ ਅਤੇ ਇੱਕ ਪੋਥੀ ਗੁਰਬਾਣੀ ਦੀ ਆਪਣੇ ਕੋਲ ਰੱਖਿਆ ਕਰਦੇ ਸੀ। ਗੁਰੂ ਨਾਨਕ ਸਾਹਿਬ ਦੇ ਪਾਸੋਂ ਇਹੀ ਪਾਵਨ ਬਾਣੀ ਗੁਰੂ ਅੰਗਦ ਸਾਹਿਬ ਤੱਕ, ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ, ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਸਾਹਿਬ ਜੀ ਤੱਕ ਪਹੁੰਚੀ, ਅਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਪਾਵਨ ਬਾਣੀ ਦੇ ਵਿੱਚ ਆਪਣੇ 2220 ਸ਼ਬਦਾਂ ਦੇ ਲਗਭਗ ਬਾਣੀ ਉਚਾਰ ਕੇ ਸੈਂਚੀਆਂ ਭਾਵ ਪੋਥੀਆਂ ਦੇ ਵਿੱਚ ਸ਼ਾਮਲ ਕਰ ਦਿੱਤੀ। ਉਸ ਤੋਂ ਬਾਅਦ ਬਾਬਾ ਸੁੰਦਰ ਜੀ ਦੀ
ਅਤੇ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਅਤੇ 11 ਭੱਟਾਂ ਦੇ ਉਚਾਰਨ ਕੀਤੇ ਹੋਏ 123 ਸਵਈਏ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਕੱਤਰ ਕਰ ਦਿੱਤੇ ਗਏ। ਔਰ ਇਹ ਸਾਰਾ ਜਿਹੜਾ ਕਾਰਜ ਸੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਰਾਮਸਰ ਸਰੋਵਰ ਦੇ ਕੰਢੇ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਬੈਠ ਕੇ ਕੀਤਾ। ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਸਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਵਾਉਂਦੇ ਜਾ ਰਹੇ ਸਨ ਅਤੇ ਇਹ ਪਹਿਲੀ ਜੇਠ ਸੰਮਤ 1660 ਬਿਕਰਮੀ ਨੂੰ ਇਹ ਮਹਾਨ ਕਾਰਜ ਆਰੰਭਿਆ ਗਿਆ, ਜੋ ਪੂਰੇ 15 ਮਹੀਨਿਆਂ ਪਿੱਛੋਂ ਭਾਵ ਸਵਾ ਸਾਲ ਲੱਗ ਗਿਆ ਇਸ ਕਾਰਜ ਨੂੰ। ਪੂਰੇ 15 ਮਹੀਨਿਆਂ ਪਿੱਛੋਂ ਭਾਦੋਂ ਵਦੀ ਅਮਾਵਸ 1661 ਵਿੱਚ ਸਿਰੇ ਚੜ੍ਹਿਆ ਅਤੇ ਭਾਦੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਜਿਹੜੇ ਗ੍ਰੰਥੀ ਸਨ ਉਹ ਬਾਬਾ ਬੁੱਢਾ ਸਾਹਿਬ ਜੀ ਲਾਏ ਗਏ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ 7ਵੀਂ ਜਗ੍ਹਾ 'ਤੇ ਅੰਦਰਲੀ ਤਰਤੀਬ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਪਹਿਲਾਂ ਮੈਂ ਬੇਨਤੀ ਕਰ ਦੇਵਾਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਹੈ। 6 ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਉਸ ਤੋਂ ਬਾਅਦ 15 ਭਗਤ, 11 ਭੱਟ ਅਤੇ 3 ਗੁਰਸਿੱਖਾਂ ਦੀ ਪਾਵਨ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੀ ਗਈ ਹੈ। 3 ਗੁਰਸਿੱਖ ਜਿਹੜੇ ਨੇ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਅਤੇ ਬਾਬਾ ਸੁੰਦਰ ਜੀ ਹੈ। ਇੱਥੇ ਇੱਕ ਛੋਟਾ ਜਿਹਾ ਸ਼ੰਕਾ ਨਿਵਰਤ ਕਰ ਦੇਵਾਂ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ 3 ਸ਼ਬਦ ਲਿਖੇ ਨੇ ਉਹ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਪਿਆਰ ਹਿੱਤ ਲਿਖੇ ਨੇ, ਲੇਕਿਨ ਲਿਖਤ ਗੁਰੂ ਨਾਨਕ ਸਾਹਿਬ ਜੀ ਦੀ ਹੀ ਉਹ ਪਾਵਨ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅੰਦਰਲੀ ਤਰਤੀਬ ਹੈ, ਗੁਰੂ ਗ੍ਰੰਥ ਸਾਹਿਬ ਜੀ ਏਕ ਓਂਕਾਰ ਤੋਂ ਸ਼ੁਰੂ ਹੁੰਦੇ ਨੇ, ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਇਸ ਤੋਂ ਅਗਾਂਹ ਸਭ ਤੋਂ ਪਹਿਲੀ ਬਾਣੀ ਦਾ ਨਾਮ ਜਪ ਹੈ, ਜੋ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ। ਜਪ ਦੇ ਵਿੱਚ 38 ਪੌੜੀਆਂ ਨੇ, 2 ਸ਼ਲੋਕ ਨੇ। ਪਹਿਲਾ ਆਦਿ ਸੱਚ ਜੁਗਾਦ ਸੱਚ ਵਾਲਾ ਤੇ ਦੂਸਰਾ ਪਵਨ ਗੁਰੂ ਪਾਣੀ ਪਿਤਾ ਵਾਲਾ ਸ਼ਬਦ ਮੌਜੂਦ ਹੈ। ਇਸ ਤੋਂ ਅਗਾਂਹ ਬਾਣੀ ਦੇ ਅਗਲੀ ਬਾਣੀ ਦੇ 2 ਹਿੱਸੇ ਨੇ। ਪਹਿਲਾ ਸੋਦਰ ਹੈ, ਦੂਜਾ ਸੋਪੁਰਖ ਹੈ। ਸੋਦਰ ਦੇ ਵਿੱਚ 5 ਸ਼ਬਦ ਨੇ ਤੇ ਸੋਪੁਰਖ ਦੇ ਵਿੱਚ 4 ਸ਼ਬਦ ਨੇ। ਇਸ ਤੋਂ ਅੱਗੇ ਹੈ ਸੋਹਿਲਾ ਸਾਹਿਬ, ਜਿਹਦੇ 5 ਸ਼ਬਦ ਨੇ। ਸੋਹਿਲਾ ਸਾਹਿਬ ਖਤਮ ਹੋਣ ਤੋਂ ਬਾਅਦ ਸ਼੍ਰੀ ਰਾਗ ਆਰੰਭ ਹੁੰਦਾ ਹੈ ਪੰਨਾ ਨੰਬਰ 14 ਦੇ ਉੱਤੇ। ਇਸ ਤਰ੍ਹਾਂ ਸ਼੍ਰੀ ਰਾਗ ਤੋਂ ਲੈ ਕੇ ਜੈਜਾਵੰਤੀ ਰਾਗ ਤੱਕ ਭਾਵ 1352 ਪੰਨਾ ਨੰਬਰ ਤੱਕ 31 ਰਾਗ ਸੰਪੂਰਨ ਹੁੰਦੇ ਨੇ। ਜਦੋਂ ਰਾਗ ਖਤਮ ਹੁੰਦੇ ਨੇ, ਰਾਗ ਖਤਮ ਹੋਣ ਤੋਂ ਬਾਅਦ ਸ਼ਲੋਕ ਸਹਿਸਕ੍ਰਿਤੀ ਮਹਿਲਾ ਪਹਿਲਾ, ਫਿਰ ਸ਼ਲੋਕ ਸਹਿਸਕ੍ਰਿਤੀ ਮਹਿਲਾ ਪੰਜਵਾਂ, ਇੱਥੇ ਹੀ ਗਾਥਾ ਬਾਣੀ, ਫੁਨਹੇ ਬਾਣੀ, ਚੌਬੋਲੇ ਬਾਣੀ, ਬਾਬਾ ਕਬੀਰ ਜੀ ਦੇ ਜੋ ਸ਼ਲੋਕ ਨੇ, ਫਿਰ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ, ਫਿਰ ਸਵਈਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ। ਉਹਦੇ ਤੋਂ ਬਾਅਦ ਸਵਈਏ ਭੱਟਾਂ ਦੇ ਆਰੰਭ ਹੁੰਦੇ ਨੇ। ਇਹਨਾਂ ਤੋਂ ਬਾਅਦ ਜਿਹੜੇ ਭੱਟਾਂ ਦੇ ਸਵਈਏ ਹੈ, ਭੱਟਾਂ ਦੇ ਸਵਈਆਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸ਼ਲੋਕ ਵਾਰਾਂ ਤੇ ਵਧੀਕ ਆਰੰਭ ਹੁੰਦਾ ਹੈ। ਸ਼ਲੋਕ ਵਾਰਾਂ ਤੇ ਵਧੀਕ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕ ਆਰੰਭ ਹੁੰਦੇ ਨੇ। ਜਦੋਂ ਉਹ ਪਾਵਨ ਸ਼ਲੋਕ ਖਤਮ ਹੁੰਦੇ ਨੇ, ਉਹਦੇ ਤੋਂ ਬਾਅਦ ਇੱਕ ਸ਼ਬਦ ਆਉਂਦਾ ਹੈ, ਥਾਲ ਵਿੱਚ 3 ਵਸਤੂ ਪਈ ਹੋ, ਜਿਹਨੂੰ ਅਸੀਂ ਮੁੰਦਾਵਣੀ ਆਖਦੇ ਹਾਂ। ਮੁੰਦਾਵਣੀ ਦਾ ਸ਼ਬਦ ਖਤਮ ਹੋਣ ਤੋਂ ਬਾਅਦ ਅਖੀਰ 'ਚ ਸ਼ਬਦ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਤੋਈ। ਔਰ ਅਖੀਰ ਦੇ ਵਿੱਚ ਜਾ ਕੇ ਰਾਗਮਾਲਾ ਅੰਕਿਤ ਕੀਤੀ ਗਈ ਹੈ, ਜੋ ਕਿ ਗੁਰੂ ਸਾਹਿਬਾਨਾਂ ਦੇ ਵਕਤ ਰਾਗਮਾਲਾ ਅੰਕਿਤ ਨਹੀਂ ਸੀ, ਇਹ ਬਾਅਦ ਵਿੱਚ ਅੰਕਿਤ ਕੀਤੀ ਗਈ, ਜਿਹਦੇ ਬਾਰੇ ਰਹਿਤ ਮਰਿਆਦਾ ਵਿੱਚ ਲਿਖਿਆ ਗਿਆ ਕਿ ਸਥਾਨਕ ਰੀਤੀ ਦੇ ਮੁਤਾਬਕ ਤੁਸੀਂ ਰਾਗਮਾਲਾ ਪੜ੍ਹ ਕੇ ਜਾਂ ਰਾਗਮਾਲਾ ਪੜ੍ਹਨ ਤੋਂ ਬਗੈਰ ਵੀ ਭੋਗ ਪਾ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਕਦੋਂ ਹੋਈ, ਇਹ ਜਿਹੜੀ ਅਸੀਂ ਵਿਚਾਰ ਕਰਨ ਲੱਗੇ ਹਾਂ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਪਾਵਨ ਸਰੂਪ ਲਿਖਵਾਇਆ ਭਾਈ ਗੁਰਦਾਸ ਸਾਹਿਬ ਦੇ ਪਾਸੋਂ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ ਮੌਜੂਦ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਮਣੀ ਸਿੰਘ ਜੀ ਦੇ ਪਾਸੋਂ ਸਰੂਪ ਲਿਖਵਾਇਆ, ਉਹਦੇ ਵਿੱਚ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਪਾਵਨ ਬਾਣੀ ਸੀ ਉਹ ਮੌਜੂਦ ਕੀਤੀ। ਜਿਹੜੀਆਂ ਅੱਜ ਗੁਰੂ ਘਰਾਂ ਦੇ ਵਿੱਚ ਸਾਨੂੰ ਮਿਲਦੀਆਂ ਨੇ, ਬੀੜਾਂ ਮਿਲਦੀਆਂ ਨੇ, ਉਹ ਦਮਦਮਾ ਸਾਹਿਬ ਦੀ ਹੀ ਪਾਵਨ ਬੀੜ ਦੇ ਸਾਰੇ ਉਤਾਰੇ ਨੇ। ਉਹ ਜਿਹੜੀ ਬੀੜ ਭਾਈ ਮਣੀ ਸਿੰਘ ਨੇ ਲਿਖੀ, ਉਹ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਉਹਦੇ ਉਤਾਰੇ ਕੀਤੇ ਨੇ, ਜਿਹੜੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਬਾਅਦ ਵਿੱਚ ਪਹੁੰਚਾਏ ਗਏ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਉਪਰੰਤ, ਮਾਫ ਕਰਨਾ, ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਨ 1708 ਦੇ ਵਿੱਚ ਨੰਦੇੜ ਮਹਾਰਾਸ਼ਟਰ, ਜਿਹਨੂੰ ਅੱਜ ਅਸੀਂ ਹਜੂਰ ਸਾਹਿਬ ਦਾ ਨਾਮ ਦਿੰਦੇ ਹਾਂ, ਅਬਚਲ ਨਗਰ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕ ਕੇ ਆਗਿਆ ਪਈ ਅਕਾਲ ਕੀ, ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਆਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾ ਗੱਦੀ ਦੇ ਕੇ ਆਖ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਤੁਹਾਡਾ ਗੁਰੂ ਨਹੀਂ ਹੋਵੇਗਾ, ਤੁਸੀਂ ਕੇਵਲ ਸ਼ਬਦ ਨੂੰ ਮੰਨਣਾ ਤੇ ਸ਼ਬਦ ਦੇ ਸਾਹਮਣੇ ਹੀ ਆਪਣੀ ਅਰਦਾਸ ਬੇਨਤੀ ਕਰਨੀ। ਉਹਦੇ ਤੋਂ ਬਾਅਦ ਅੱਜ ਜਿਹੜੇ ਕੁਝ ਦੰਭੀ ਪਖੰਡੀ ਆਪਣੇ ਆਪ ਨੂੰ ਕੋਈ 12ਵਾਂ, ਕੋਈ 13ਵਾਂ, ਕੋਈ 14ਵਾਂ ਗੁਰੂ ਮੰਨੀ ਬੈਠਾ ਹੈ ਤੇ ਕਹਿੰਦੇ ਨੇ ਕਿ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਗੁਰੂ ਥਾਪ ਦਿੱਤਾ ਸੀ, ਉਹ ਸਭ ਪਖੰਡ ਕਰਦੇ ਨੇ। ਸਿੱਖਾਂ ਦਾ ਕੇਵਲ ਇੱਕ ਹੀ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਿੱਖਾਂ ਦਾ ਹੋਰ ਕੋਈ ਵੀ ਗੁਰੂ ਨਹੀਂ। ਨਾਲ ਹੀ ਮੈਂ ਅਖੀਰ 'ਚ ਬੇਨਤੀ ਕਰ ਦੇਵਾਂ, ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸਬਸਕ੍ਰਾਈਬ ਕਰਨ ਦੇ ਵਕਤ ਨਾਲ ਹੀ ਇੱਕ ਬੈਲ ਦਾ ਨਿਸ਼ਾਨ ਆ, ਉਹਦੇ ਉੱਤੇ ਵੀ ਕਲਿੱਕ ਕਰਨਾ ਨਾ ਭੁੱਲਿਓ, ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤੇ ਸਭ ਤੋਂ ਪਹਿਲਾਂ ਉਸ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੈ, ਜਾਣਕਾਰੀ ਹੈ, ਉਹ ਤੁਹਾਨੂੰ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।